ਅਧਿਆਇ 18। ਉਸ ਵੇਲੇ ਚੇਲੇ ਯਿਸੂ ਕੋਲ ਆਏ ਅਤੇ ਇਹ ਪੁੱਛਣ ਲੱਗੇ, ਸਵਰਗਰਾਜ ਵਿੱਚ ਸਭ ਤੋਂ ਵੱਡਾ ਕੌਣ ਹੈ? ਉਸਨੇ ਇੱਕ ਬੱਚੇ ਨੂੰ ਆਪਣੇ ਕੋਲ ਸੱਦ ਕੇ ਉਸ ਨੂੰ ਉਹਨਾਂ ਦੇ ਵਿਚਕਾਰ ਖੜਾ ਕੀਤਾ ਅਤੇ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਜਦੋਂ ਤੱਕ ਤੁਸੀਂ ਬਦਲ ਕੇ ਛੋਟੇ ਬੱਚਿਆਂ ਵਾਂਗ ਨਹੀਂ ਬਣੋਗੇ, ਤੁਸੀਂ ਸਵਰਗਰਾਜ ਵਿੱਚ ਕਦੀ ਦਾਖਲ ਨਹੀਂ ਹੋਵੋਗੇ। ਜੋ ਕੋਈ ਆਪਣੇ ਆਪ ਨੂੰ ਇਸ ਬੱਚੇ ਵਾਂਗ ਨਿਮਰ ਬਣਾਉਂਦਾ ਹੈ, ਉਹ ਸਵਰਗਰਾਜ ਵਿੱਚ ਸਭ ਤੋਂ ਵੱਡਾ ਹੈ। ਜੋ ਕੋਈ ਅਜੋਕੇ ਬੱਚੇ ਨੂੰ ਮੇਰੇ ਨਾਂ ਉੱਤੇ ਸਵੀਕਾਰ ਕਰਦਾ ਹੈ, ਉਹ ਮੈਨੂੰ ਸਵੀਕਾਰ ਕਰਦਾ ਹੈ। ਪਰ ਜੋ ਕੋਈ ਮੇਰੇ ਉੱਤੇ ਈਮਾਨ ਰੱਖਣ ਵਾਲੇ ਇਹਨਾਂ ਛੋਟਿਆਂ ਵਿੱਚੋਂ ਕਿਸੇ ਇੱਕ ਲਈ ਪਾਪ ਦਾ ਕਾਰਨ ਬਣਦਾ ਹੈ, ਉਸ ਦੇ ਲਈ ਇਹੀ ਬਿਹਤਰ ਹੁੰਦਾ ਕਿ ਉਸ ਦੇ ਗਲ ਦੁਆਲੇ ਚੱਕੀ ਦਾ ਪੁੜ ਬਣ ਕੇ ਸਮੁੰਦਰ ਦੀ ਡੂੰਘਾਈ ਵਿੱਚ ਡੋਬ ਦਿੱਤਾ ਜਾਂਦਾ। ਪਾਪ ਵਾਸਤੇ ਅਜ਼ਮਾਇਸ਼ਾਂ ਲਈ ਸੰਸਾਰ ਨੂੰ ਥਿਕਾਰ। ਅਜ਼ਮਾਇਸ਼ਾਂ ਦਾ ਹੋਣਾ ਤਾਂ ਜ਼ਰੂਰੀ ਹੈ, ਪਰ ਥਿਕਾਰ ਉਸ ਆਦਮੀ ਨੂੰ ਜਿਸ ਦੇ ਰਾਹੀਂ ਅਜ਼ਮਾਇਸ਼ ਆਉਂਦੀ ਹੈ। ਜੇਕਰ ਤੁਹਾਡਾ ਹੱਥ ਜਾਂ ਪੈਰ ਤੁਹਾਡੇ ਲਈ ਪਾਪ ਦਾ ਕਾਰਨ ਬਣਦਾ ਹੈ, ਤਾਂ ਉਸ ਨੂੰ ਆਪਣੇ ਨਾਲੋਂ ਵੱਢ ਕੇ ਪਰੇ ਸੁੱਟ ਦਿਓ। ਦੋਵਾਂ ਹੱਥਾਂ ਸਣੇ ਜਾਂ ਦੋਵਾਂ ਪੈਰਾਂ ਸਣੇ ਅਨੰਤ ਅੱਗ ਵਿੱਚ ਸੁੱਟੀ ਜਾਣ ਦੀ ਬਜਾਏ ਤੁਹਾਡੇ ਲਈ ਬਿਹਤਰ ਇਹ ਹੈ ਕਿ ਤੁਸੀਂ ਲੂਲੇ ਜਾਂ ਲੰਗੜੇ ਹੋ ਕੇ ਜੀਵਨ ਵਿੱਚ ਪ੍ਰਵੇਸ਼ ਕਰੋ। ਜੇਕਰ ਤੁਹਾਡੀ ਅੱਖ ਤੁਹਾਡੇ ਲਈ ਪਾਪ ਦਾ ਕਾਰਨ ਬਣਦੀ ਹੈ, ਤਾਂ ਉਸ ਨੂੰ ਕੱਢ ਕੇ ਪਰਾਂ ਸੁੱਟ ਦਿਓ। ਤੁਹਾਡੀਆਂ ਦੋਵਾਂ ਅੱਖਾਂ ਸਣੇ ਜਹੰਨਮ ਵਿੱਚ ਸੁੱਟੀ ਜਾਣ ਨਾਲੋਂ ਤੁਹਾਡੇ ਲਈ ਇਹ ਬਿਹਤਰ ਹੈ ਕਿ ਤੁਸੀਂ ਇੱਕ ਹੀ ਅੱਖ ਨਾਲ ਜੀਵਨ ਵਿੱਚ ਪ੍ਰਵੇਸ਼ ਕਰੋ। ਧਿਆਨ ਰੱਖੋ ਕਿ ਤੁਸੀਂ ਇਹਨਾਂ ਛੋਟਿਆਂ ਵਿੱਚੋਂ ਕਿਸੇ ਇੱਕ ਨੂੰ ਵੀ ਟਿੱਚ ਨਾ ਸਮਝੋ, ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਸਵਰਗ ਵਿੱਚ ਇਹਨਾਂ ਦੇ ਫਰਿਸ਼ਤੇ ਹਮੇਸ਼ਾ ਮੇਰੇ ਸਵਰਗੀ ਬਾਪ ਦੇ ਚਿਹਰੇ ਦਾ ਦਰਸ਼ਨ ਕਰਦੇ ਹਨ, ਕਿਉਂ ਜੋ ਮਨੁੱਖ ਦਾ ਪੁੱਤਰ ਗੁਆਚਿਆ ਹੋਇਆਂ ਨੂੰ ਬਚਾਉਣ ਆਇਆ ਹੈ। ਤੁਹਾਡਾ ਕੀ ਵਿਚਾਰ ਹੈ? ਜੇਕਰ ਕਿਸੇ ਆਦਮੀ ਦੀਆਂ 100 ਭੇਡਾਂ ਹੋਣ ਅਤੇ ਉਹਨਾਂ ਵਿੱਚੋਂ ਇੱਕ ਭਟਕ ਜਾਵੇ, ਤਾਂ ਕੀ ਉਹ ਬਾਕੀ 99 ਨੂੰ ਪਹਾੜੀ ਉੱਤੇ ਛੱਡ ਕੇ ਉਸ ਨੂੰ ਲੱਭਣ ਨਾ ਜਾਵੇਗਾ ਜੋ ਭਟਕ ਗਈ ਹੈ? ਅਤੇ ਜਦ ਉਹ ਉਸ ਨੂੰ ਮਿਲ ਜਾਵੇਗੀ, ਤਾਂ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹ ਉਹਨਾਂ 99 ਨਾਲੋਂ ਜੋ ਕਦੀ ਭਟਕੀਆਂ ਨਹੀਂ ਹਨ, ਉਸ ਲਈ ਜ਼ਿਆਦਾ ਖੁਸ਼ੀ ਕਰੇਗਾ। ਇਸੇ ਤਰ੍ਹਾਂ ਮੇਰੇ ਸਵਰਗੀ ਬਾਪ ਦੀ ਇਹ ਇੱਛਾ ਨਹੀਂ ਹੈ ਕਿ ਇਹਨਾਂ ਛੋਟਿਆਂ ਵਿੱਚੋਂ ਕੋਈ ਇੱਕ ਵੀ ਬਰਬਾਦ ਹੋ ਜਾਵੇ। ਜੇਕਰ ਤੁਹਾਡਾ ਭਰਾ ਤੁਹਾਡੇ ਵਿਰੁੱਧ ਪਾਪ ਕਰਦਾ ਹੈ, ਤਾਂ ਤੁਸੀਂ ਜਾ ਕੇ ਤੁਹਾਡੇ ਅਤੇ ਉਸ ਦੇ ਦੋਹਾਂ ਵਿੱਚ ਹੀ ਉਸ ਨੂੰ ਉਸ ਦੀ ਗਲਤੀ ਦੱਸੋ। ਜੇਕਰ ਉਹ ਤੁਹਾਡੀ ਗੱਲ ਸੁਣਦਾ ਹੈ, ਤਾਂ ਤੁਸੀਂ ਆਪਣੇ ਭਰਾ ਨੂੰ ਜਿੱਤ ਲਿਆ ਹੈ। ਪਰ ਜੇਕਰ ਉਹ ਤੁਹਾਡੀ ਨਹੀਂ ਸੁਣਦਾ, ਤਾਂ ਹੋਰ ਇੱਕ ਜਾਂ 2 ਜਣਿਆਂ ਨੂੰ ਆਪਣੇ ਨਾਲ ਲੈ ਜਾਓ, ਤਾਂ ਕਿ 2 ਜਾਂ 3 ਦੀ ਗਵਾਹੀ ਨਾਲ ਹਰ ਗੱਲ ਸਾਬਤ ਹੋ ਜਾਵੇ। ਜੇਕਰ ਉਹ ਉਹਨਾਂ ਦੀ ਵੀ ਸੁਣਨ ਤੋਂ ਇਨਕਾਰ ਕਰਦਾ ਹੈ, ਤਾਂ ਕਲੀਸਿਆ ਨੂੰ ਦੱਸੋ, ਅਤੇ ਜੇਕਰ ਉਹ ਕਲੀਸਿਆ ਦੀ ਸੁਣਨ ਤੋਂ ਵੀ ਇਨਕਾਰ ਕਰਦਾ ਹੈ, ਤਾਂ ਉਹ ਤੁਹਾਡੇ ਲਈ ਗੈਰ ਯਹੂਦੀ ਅਤੇ ਮਸੂਲੀਏ ਵਾਂਗ ਹੋਵੇ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜੋ ਕੁਝ ਤੁਸੀਂ ਧਰਤੀ ਉੱਤੇ ਬੰਨੋਗੇ, ਉਹ ਸਵਰਗ ਵਿੱਚ ਵੀ ਬੰਨ੍ਹਿਆ ਜਾਵੇਗਾ, ਅਤੇ ਜੋ ਕੁਝ ਤੁਸੀਂ ਧਰਤੀ ਉੱਤੇ ਖੋਲੋਗੇ, ਸਵਰਗ ਵਿੱਚ ਵੀ ਉਹ ਖੁੱਲ੍ਹ ਜਾਵੇਗਾ। ਮੈਂ ਫਿਰ ਤੁਹਾਨੂੰ ਕਹਿੰਦਾ ਹਾਂ, ਜੇਕਰ ਧਰਤੀ ਉੱਤੇ ਤੁਹਾਡੇ ਵਿੱਚੋਂ 2 ਜਣੇ ਸਹਿਮਤ ਹੋ ਕੇ ਕੁਝ ਮੰਗਣਗੇ, ਤਾਂ ਮੇਰੇ ਅਸਮਾਨੀ ਬਾਪ ਵੱਲੋਂ ਉਹਨਾਂ ਲਈ ਉਹ ਕੀਤਾ ਜਾਵੇਗਾ। ਕਿਉਂਕਿ ਜਿੱਥੇ 2 ਜਾਂ 3 ਮੇਰੇ ਨਾਂ ਉੱਤੇ ਇਕੱਠੇ ਹੁੰਦੇ ਹਨ, ਉੱਥੇ ਮੈਂ ਉਹਨਾਂ ਦੇ ਵਿੱਚ ਹਾਜ਼ਰ ਹਾਂ। ਤਦ ਪਤਰਸ ਨੇ ਅੱਗੇ ਵੱਧ ਕੇ ਯਿਸੂ ਨੂੰ ਕਿਹਾ, ਪ੍ਰਭੂ, ਜੇਕਰ ਮੇਰਾ ਭਰਾ ਮੇਰੇ ਵਿਰੁੱਧ ਪਾਪ ਕਰਦਾ ਰਹੇ, ਤਾਂ ਮੈਂ ਕਿੰਨੀ ਕੁ ਵਾਰ ਉਸ ਨੂੰ ਮਾफ़ ਕਰਾਂ? ਕਿ 7 ਵਾਰ ਤੱਕ? ਯਿਸੂ ਨੇ ਉਸ ਨੂੰ ਕਿਹਾ, ਮੈਂ ਤੁਹਾਨੂੰ ਇਹ ਨਹੀਂ ਕਹਿੰਦਾ 7 ਵਾਰ, ਸਗੋਂ 7 ਦੇ 70 ਵਾਰ। ਇਸ ਲਈ ਸਵਰਗਰਾਜ ਦੀ ਤੁਲਨਾ ਉਸ ਰਾਜੇ ਨਾਲ ਕੀਤੀ ਜਾ ਸਕਦੀ ਹੈ, ਜਿਸ ਨੇ ਆਪਣੇ ਨੌਕਰਾਂ ਨਾਲ ਹਿਸਾਬ ਕਰਨਾ ਚਾਹਿਆ। ਜਦੋਂ ਉਹ ਹਿਸਾਬ ਕਰਨ ਬੈਠ ਗਿਆ, ਤਾਂ ਇੱਕ ਕਰਜ਼ਦਾਰ ਉਸ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਨ੍ਹੇ ਉਸ ਦਾ
10,000 ਤੋੜੇ ਸੋਨਾ ਦੇਣਾ ਸੀ। ਉਹ ਕਰਜ਼ਾ ਚੁਕਤਾ ਨਹੀਂ ਕਰ ਸਕਦਾ ਸੀ, ਇਸ ਲਈ ਉਸ ਦੇ ਮਾਲਕ ਨੇ ਹੁਕਮ ਜਾਰੀ ਕੀਤਾ ਕਿ ਉਸ ਨੂੰ ਅਤੇ ਉਸ ਦੀ ਪਤਨੀ, ਉਸ ਦੇ ਬੱਚਿਆਂ ਨੂੰ ਉਸ ਦੀ ਸਾਰੀ ਧਨ ਸੰਪत्ति ਸਮੇਤ ਵੇਚ ਦਿੱਤਾ ਜਾਵੇ ਅਤੇ ਕਰਜ਼ਾ ਵਸੂਲ ਕਰ ਲਿਆ ਜਾਵੇ। ਤਦ ਉਸ ਨੌਕਰ ਨੇ ਗੋਡਿਆਂ ਪੰਨੇ ਡਿੱਗ ਕੇ ਇਹ ਮਿੰਨਤ ਕੀਤੀ, ਮਾਲਕ, ਮੈਨੂੰ ਕੁਝ ਮੋਹਲਤ ਦਿਓ, ਮੈਂ ਸਭ ਕੁਝ ਤੁਹਾਨੂੰ ਚੁਕਤਾ ਕਰ ਦੇਵਾਂਗਾ। ਉਸ ਦੇ ਮਾਲਕ ਨੇ ਉਸ ਉੱਤੇ ਤਰਸ ਖਾ ਕੇ ਉਸ ਨੌਕਰ ਨੂੰ ਛੱਡ ਦਿੱਤਾ ਅਤੇ ਉਸ ਦਾ ਕਰਜ਼ਾ ਮਾਫ ਕਰ ਦਿੱਤਾ। ਪਰ ਉਹੀ ਨੌਕਰ ਜਦੋਂ ਬਾਹਰ ਨਿਕਲਿਆ ਤਾਂ ਉਸ ਨੂੰ ਉਸ ਦਾ ਇੱਕ ਸਾਥੀ ਨੌਕਰ ਮਿਲਿਆ ਜਿਸ ਨੇ ਉਸ ਦਾ 100 ਦਿਨਾਰ ਕਰਜ਼ਾ ਦੇਣਾ ਸੀ। ਉਸ ਨੇ ਉਸ ਨੂੰ ਗਲੋਂ ਫੜਦੇ ਹੋਏ ਕਿਹਾ, ਕਰਜ਼ਾ ਜੋ ਤੇਰੇ ਸਿਰ ਹੈ ਮੈਨੂੰ ਚੁਕਤਾ ਕਰ। ਇਸ ਲਈ ਉਸ ਦੇ ਸਾਥੀ ਨੌਕਰ ਨੇ ਉਸ ਦੇ ਪੈਰੀ ਪੈ ਕੇ ਉਸ ਦੇ ਅੱਗੇ ਤਰਲਾ ਮਿੰਨਤ ਕੀਤਾ, ਮੈਨੂੰ ਕੁਝ ਮੋਹਲਤ ਹੋਰ ਦਿਓ ਅਤੇ ਮੈਂ ਤੁਹਾਨੂੰ ਸਭ ਚੁਕਤਾ ਕਰ ਦੇਵਾਂਗਾ। ਪਰ ਉਹ ਨਾ ਮੰਨਿਆ ਅਤੇ ਉਸਨੇ ਜਾ ਕੇ ਉਸ ਨੂੰ ਉਸੇ ਸਮੇਂ ਤੱਕ ਕੈਦਖਾਨੇ ਵਿੱਚ ਸੁੱਟ ਦਿੱਤਾ ਜਦ ਤੱਕ ਕਿ ਉਹ ਆਪਣਾ ਕਰਜ਼ਾ ਚੁਕਤਾ ਨਾ ਕਰ ਦੇਵੇ। ਜਦੋਂ ਉਸ ਦੇ ਸਾਥੀ ਨੌਕਰਾਂ ਨੇ ਇਹ ਸਭ ਕੁਝ ਵੇਖਿਆ ਜੋ ਵਾਪਰਿਆ ਸੀ ਤਾਂ ਉਹ ਬੜੇ ਕਲਪੇ ਅਤੇ ਉਹਨਾਂ ਨੇ ਜਾ ਕੇ ਆਪਣੇ ਮਾਲਕ ਨੂੰ ਉਹ ਸਾਰੀ ਵਾਰਦਾਤ ਦੱਸ ਦਿੱਤੀ। ਤਦ ਉਸ ਦੇ ਮਾਲਕ ਨੇ ਉਸ ਨੌਕਰ ਨੂੰ ਸੱਦ ਕੇ ਕਿਹਾ, ਦੁਸ਼ਟ ਨੌਕਰ, ਮੈਂ ਤੇਰਾ ਸਾਰਾ ਕਰਜ਼ਾ ਮਾਫ ਕਰ ਦਿੱਤਾ ਕਿਉਂਕਿ ਤੂੰ ਮੇਰੇ ਅੱਗੇ ਮਿੰਨਤ ਕੀਤੀ ਸੀ। ਜਿਸ ਤਰ੍ਹਾਂ ਮੈਂ ਤੇਰੇ 'ਤੇ ਦਇਆ ਕੀਤੀ ਸੀ ਕਿ ਉਸੇ ਤਰ੍ਹਾਂ ਤੈਨੂੰ ਵੀ ਆਪਣੇ ਸਾਥੀ ਨੌਕਰ 'ਤੇ ਦਇਆ ਨਹੀਂ ਸੀ ਕਰਨੀ ਚਾਹੀਦੀ। ਉਸ ਦੇ ਮਾਲਕ ਨੇ ਗੁੱਸੇ ਵਿੱਚ ਆ ਕੇ ਉਸ ਨੂੰ ਜੇਲਰ ਦੇ ਹਵਾਲੇ ਕਰ ਦਿੱਤਾ ਜਦ ਤੱਕ ਉਹ ਆਪਣਾ ਸਾਰਾ ਕਰਜ਼ਾ ਚੁਕਤ ਨਾ ਕਰ ਦੇਵੇ। ਮੇਰਾ ਅਸਮਾਨੀ ਬਾਪ ਵੀ ਤੁਹਾਡੇ ਵਿੱਚੋਂ ਹਰ ਇੱਕ ਨਾਲ ਇਸੇ ਤਰ੍ਹਾਂ ਕਰੇਗਾ ਜੇਕਰ ਤੁਸੀਂ ਆਪਣੇ ਭਰਾ ਨੂੰ ਆਪਣੇ ਦਿਲੋਂ ਮਾਫ ਨਾ ਕਰੋਗੇ।